ਚੌਕੀ ਦੇ ਵਿੱਚ ਜਾ ਕੇ ਮੇਰੇ ਭਰਾਵਾਂ ਨੇ ਨਜਾਇਜ਼ ਉਹਨਾਂ ਨੂੰ ਲਿੱਤਰ ਮਾਰੇ। ਅੱਛਾ, ਇਹ ਉਹ ਖਾਤੂਨ ਨੇ ਲਿੱਤਰ ਮਾਰੇ? ਹਾਂਜੀ। ਮਤਲਬ ਤੁਹਾਡੇ ਕੋਲ ਪੈਸੇ ਦੀ ਡਿਮਾਂਡ ਰੱਖੇਗੀ, ਤੁਹਾਡੇ ਕੋਲ ਪੈਸੇ ਮੰਗੇਗਾ ਪੁਲਿਸ ਵਾਲਿਆਂ ਨੇ? ਬਸ ਹੁਣ ਤੁਹਾਨੂੰ ਕੀ ਦੱਸੀਏ ਇਹਦੇ ਵਿੱਚ, ਅਸੀਂ ਕੁਛ ਤਾਂ ਨਹੀਂ ਕਹਿ ਸਕਦੇ। ਤੁਹਾਨੂੰ ਪਤਾ ਹੈ ਕੋਈ ਕਿਸੇ ਨੂੰ ਖਾਂਦਾ ਨਹੀਂ ਵੇਖ ਸਕਦਾ, ਕਿਸੇ ਦੀ ਕੋਈ ਤਰੱਕੀ ਨਹੀਂ ਵੇਖ ਸਕਦਾ। ਐਵੇਂ ਨਜਾਇਜ਼ ਸਾਨੂੰ ਗਾਲਾਂ ਕੱਢਦੀ ਸੀ ਸਾਡੀ ਗਵਾਂਢਣ। अस्सलाम वालेकुम, मैं मौज़म जट ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਇੱਕ ਸੋਸ਼ਲ ਟਿਕਟੌਕ ਸਟਾਰ ਜਿਹੜਾ ਲੋਕਾਂ ਨੂੰ ਹਸਾਉਂਦਾ ਸੀ ਲੇਕਿਨ ਅੱਜ ਆਪ ਹੀ ਮੁਸ਼ਕਲ ਦੇ ਵਿੱਚ ਫਸਿਆ ਹੋਇਆ ਹੈ। ਇੱਕ ਐਫਆਈਆਰ ਦਰਜ ਹੁੰਦੀ ਹੈ। ਦਿੱਲੂ ਬਾਈ ਜਿਹੜਾ ਸਮੁੰਦਰੀ ਦੇ ਵਿੱਚ ਰਹਿਣ ਵਾਲਾ ਵਾ, ਬੜਾ ਅੱਛਾ ਫੇਮਸ ਆ ਔਰ ਫੈਮਿਲੀ ਟਿਕਟੌਕ ਬਣਾਉਂਦਾ, ਬੜੀਆਂ ਅੱਛੀਆਂ ਫਨੀ ਵੀਡੀਓ ਬਣਾਉਂਦਾ ਵਾ। ਇਹਨਾਂ ਦੀ ਐਫਆਈਆਰ ਦਰਜ ਹੋਈ ਆ। ਇਹਨਾਂ ਕੋਲ ਪੁੱਛਦੇ ਆ ਕਿ ਤੁਹਾਡੇ ਤੇ ਐਫਆਈਆਰ ਕਿਹੜੀ ਦਰਜ ਹੋਈ ਆ, ਕਿਉਂ ਦਰਜ ਹੋਈ ਆ, ਉਹਦੀ ਅਸਲ ਕਹਾਣੀ ਕੀ ਹੈਗੀ ਹੈ। ਕਿਉਂਕਿ ਤੁਸੀਂ ਤੇ ਲੋਕਾਂ ਨੂੰ ਹਸਾਉਂਦੇ ਜੇ, ਲੋਕ ਤੁਹਾਡੀਆਂ ਵੀਡੀਓ ਵੇਖ ਕੇ ਖੁਸ਼ ਹੁੰਦੇ ਆ, ਲੇਕਿਨ ਅੱਜ ਤੁਸੀਂ ਆਪ ਮਸਲਿਆਂ ਦੇ ਵਿੱਚ ਫਸੇ ਜੇ। ਇਹਦੀ ਸਾਰੀ ਅਸਲ ਕਹਾਣੀ ਕੀ ਹੈ? ਤੁਹਾਨੂੰ ਪਤਾ ਹੈ ਕੋਈ ਕਿਸੇ ਨੂੰ ਖਾਂਦਾ ਨਹੀਂ ਵੇਖ ਸਕਦਾ, ਕਿਸੇ ਦੀ ਕੋਈ ਤਰੱਕੀ ਨਹੀਂ ਵੇਖ ਸਕਦਾ। ਐਵੇਂ ਨਜਾਇਜ਼ ਸਾਨੂੰ ਗਾਲਾਂ ਕੱਢਦੀ ਸੀ ਸਾਡੀ ਗਵਾਂਢਣ। ਗਾਲਾਂ ਕੱਢਣ ਤੋਂ ਬਾਅਦ ਜਦ ਅਸੀਂ ਉਹਦੇ ਭਰਾ ਨੂੰ ਦੱਸਿਆ ਵੀ ਸਾਨੂੰ ਗਾਲਾਂ ਕੱਢਦੀ ਪਈ, ਆਪਣੀ ਭਾਬੀ ਨੇ ਲੜੀ, ਭਾਬੀ ਨੇ ਗਾਲ ਕੱਢ ਸਾਨੂੰ ਦੱਸ, ਤੇ ਫਿਰ ਉਹਦੇ ਭਰਾ ਨੂੰ ਦੱਸਿਆ। ਉਹਦਾ ਭਰਾ ਆ ਉਹਨੂੰ ਲੜਿਆ ਉਹਦਾ ਭਰਾ, ਤੇ ਫਿਰ ਉਹਦਾ ਅੱਬੂ ਆਇਆ। ਉਹਨਾਂ ਨੇ ਪਤਾ ਨਹੀਂ ਕੀ ਪਲਾਨ ਕੀਤਾ ਹੈ, 15 ਤੇ ਕਾਲ ਕਰਕੇ ਉਹਨਾਂ ਨੇ ਲਿਖ ਦਿੱਤਾ ਕਿ ਸਾਡੇ ਘਰ ਵਾਲੇ ਨੇ ਅੰਦਰ ਵੜ ਕੇ ਪਿਸਟਲ ਇੱਕੋ ਤੇ ਇੱਕੋ ਕੁਆੜੀ ਇੱਕੋ ਫਲਾਣਾ ਕੁਛ 8 ਵਜੇ ਦਾ ਵਾਕਿਆ ਬਣਾ ਕੇ ਤੇ ਉਹਨਾਂ ਨੇ ਸਾਡੇ ਉੱਤੇ ਦਰਖਾਸਤ ਦੇ 15 ਤੇ ਕਾਲ ਕੀਤੀ। ਪੁਲਿਸ ਆਈ, ਪੁਲਿਸ ਸਾਨੂੰ ਫੜ ਕੇ ਲੈ ਗਈ, 2 ਭਰਾਵਾਂ ਮੇਰਿਆਂ ਨੂੰ। ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਚੌਕੀ ਦੇ ਵਿੱਚ ਬੰਦ ਕਰ ਦਿੱਤਾ, 1 ਦਿਨ 1 ਰਾਤ ਬੰਦ ਕਰਨ ਤੋਂ ਬਾਅਦ ਦੂਸਰਾ ਇਹ ਮਾਈ ਤੇ ਇੱਕ ਇਹਦੇ ਨਾਲ ਓਡ ਹੁੰਦਾ ਹੈ, ਦੂਸਰਾ ਨਾਲ ਹੀ ਪਿੰਡ ਦਾ ਹੈ। ਨਜਾਇਜ਼ ਇਹਨਾਂ ਦਾ ਘਰ ਹੁੰਦਾ ਤਾਂ ਕੋਈ ਤਲਕ ਹੀ ਨਹੀਂ ਇਹਨਾਂ ਦਾ। ਅੱਛਾ, ਤੇ ਪੂਰੇ ਪਿੰਡ ਨੂੰ ਪਤਾ ਇਸ ਗੱਲ ਦਾ। ਅੱਛਾ, ਉਹ ਫਿਰ ਗੱਡੀ ਤੇ ਲੈ ਕੇ ਇਹਨਾਂ ਨੂੰ ਗਿਆ, ਉੱਥੇ ਚੌਕੀ ਦੇ ਵਿੱਚ ਜਾ ਕੇ ਮੇਰੇ ਭਰਾਵਾਂ ਨੇ ਨਜਾਇਜ਼ ਉਹਨਾਂ ਨੂੰ ਲਿੱਤਰ ਮਾਰੇ। ਅੱਛਾ, ਇਹ ਉਹ ਖਾਤੂਨ ਨੇ ਲਿੱਤਰ ਮਾਰੇ? ਹਾਂਜੀ। ਉਸ ਤੋਂ ਬਾਅਦ ਇਹ ਅਸੀਂ ਉੱਥੇ ਗਏ, ਉਹਨਾਂ ਨੂੰ ਸਾਨੂੰ ਦੱਸਿਆ ਵੀ ਇੱਦਾਂ ਦਾ ਕਰਕੇ ਆਈ ਸੀ ਤੇ ਉਹਨੇ ਛਿੱਤਰ ਮਾਰੇ। ਮਤਲਬ ਤੁਸੀਂ ਇਹ ਦੇਖੋ ਕਿ ਥਾਣੇ ਦੇ ਵਿੱਚ ਗੈਰ ਮੁਤਲਕਾ ਅਫਰਾਦ ਆ ਕੇ, ਜਿਹੜਾ ਮਤਲਬ ਇਹਨਾਂ ਦਾ ਮੁੱਦਈ ਸੀਗਾ, ਥਾਣੇ ਦੇ ਵਿੱਚ ਜਾ ਕੇ ਇਹਨਾਂ ਦੇ ਜਿਹੜੇ ਪਾਈ ਆ ਉਹਨਾਂ ਨੂੰ ਛਿੱਤਰ ਮਾਰਦਾ ਰਿਹਾ। ਸਰ ਤੁਸੀਂ ਹੁਣ ਜ਼ਰਾ ਨੋਟ ਕਰਦੇ ਰਹੋ ਇਹ ਗੱਲਾਂ। ਅੱਛਾ ਬਾਈ, ਫਿਰ ਉਸ ਤੋਂ ਬਾਅਦ ASI ਆਇਆ ਤੇ ਉਹਨੂੰ ਦੱਸਿਆ ਸੀ ਕਿ ਇੱਦਾਂ ਕਰਕੇ ਮਾਰੀ। ASI ਦਾ ਕੀ ਨਾਮ ਸੀ? ਉਹਦਾ ਨਾਮ ਹੈ ਅਹਿਮਦ ਸਲੀਮ। ਅੱਛਾ, ਬਲੋਚ ਹੈ। ਉਹਨੂੰ ਅਸੀਂ ਦੱਸਿਆ ਕਿ ਇੱਦਾਂ ਦਾ ਕਰਕੇ ਆਈ ਵੀ ਮੁੰਡੇ ਨੂੰ ਛਿੱਤਰ ਮਾਰੇ। ਫਿਰ ਉਹਨੇ ਮੋਬਾਈਲ ਕੱਢਿਆ, ਮੈਂ ਕਰ ਦਾਂਗਾ, ਇਹ ਗੰਦੀਆਂ ਮਤਲਬ ਗਾਲਾਂ ਕੱਢਣ ਲੱਗ ਗਿਆ ਉਹਨੂੰ। ਇਹਨੂੰ ਆਉਣ ਦੇ, ਮੈਂ ਇਹਨੂੰ ਪੁੱਛ ਲੈਣਾ। ਅਸੀਂ ਫਿਰ ਚੁੱਪ ਕਰ ਰਹੇ ਸੀ ਕਿ ਚਲੋ ਵੇਖਦੇ ਕੀ ਕਰਦਾ। ਉਸ ਰਾਤ ਵੀ ਇਹਨੇ ਨਹੀਂ ਛੱਡਿਆ ਕਿ ਸਵੇਰੇ ਉਹ ਮਾਈ ਆਈ ਹੈ, ਮਾਈ ਨੂੰ ਉਫ ਤੱਕ ਨਹੀਂ ਕਿਹਾ, ਉਹਦੇ ਨਾਲ ਬਹਿ ਕੇ ਚਾਹ ਪੀ ਰਿਹਾ, ਉਹਨਾਂ ਨੂੰ ਚਾਹ ਪਿਲਾ ਰਿਹਾ। ਅੱਛਾ, ਫਿਰ ਉਸ ਤੋਂ ਬਾਅਦ ਸਾਡੇ ਪਿੰਡ ਦੇ ਮਸਜਿਦ ਬੰਦੇ ਆਏ ਨੇ 3-4, ਉਹਨਾਂ ਨੇ ਆ ਕੇ ਦੱਸਿਆ ਕਿ ਵੀ ਇਹ ਮੁੰਡੇ ਇੱਦਾਂ ਦੇ ਹੈ ਨਹੀਂ, ਅਸੀਂ ਇਹਨਾਂ ਦੀ ਜ਼ਿੰਮੇਵਾਰੀ ਚਾਹੁੰਦੇ ਹਾਂ। ਠੀਕ ਹੈ। ਫਿਰ ਉਹਨਾਂ ਨੇ ਕੁਝ ਲੈ ਦੇ ਕੇ ਸਾਨੂੰ ਛੱਡ ਦਿੱਤੀ। ਮਤਲਬ ਤੁਹਾਡੇ ਕੋਲ ਪੈਸੇ ਦੀ ਡਿਮਾਂਡ ਰੱਖੇਗੀ, ਤੁਹਾਡੇ ਕੋਲ ਪੈਸੇ ਮੰਗੇਗਾ ਪੁਲਿਸ ਵਾਲਿਆਂ ਨੇ? ਬਸ ਹੁਣ ਤੁਹਾਨੂੰ ਕੀ ਦੱਸੀਏ ਇਹਦੇ ਵਿੱਚ, ਅਸੀਂ ਕੁਛ ਤਾਂ ਨਹੀਂ ਕਹਿ ਸਕਦੇ। ਕੁਛ ਨਹੀਂ ਕਹਿ ਸਕਦੇ। ਜੀ ਅਸੀਂ ਉੱਥੇ ਰਹਿਣਾ। ਬਿਲਕੁਲ ਸਾਰੀ ਗੱਲ ਕੋ ਮਤਲਬ ਇਹਨਾਂ ਦੇ ਕੇਸ ਪਿੰਡ ਉੱਥੇ ਹੀ ਰਹਿਣਾ। ਸਾਰੀ ਗੱਲ ਉਹ ਮਸਲੇ 'ਚ ਫਸਿਆ ਕਿ ਉਹਨਾਂ ਦਾ ਕਹਿਣਾ ਕਿ ਮੰਗੇ ਜ਼ਰੂਰ ਆ, ਲੇਕਿਨ ਅਸੀਂ ਹੁਣ ਕਹਿ ਨਹੀਂ ਸਕਦੇ ਕਿੰਨੇ ਪੈਸੇ ਮੰਗੇ ਜਾਂ ਕਿਸ ਤਰ੍ਹਾਂ ਮੰਗੇ। ਸਾਨੂੰ ਉੱਥੋਂ ਛੱਡ ਦਿੱਤਾ ਗਿਆ। ਅਸੀਂ ਫਿਰ ਮੇਰੇ ਭਰਾ ਤੇ ਸਿਗਾਰ ਚਲੇ ਗਿਆ। ਫਿਰ ਸਾਨੂੰ ਉਸ ਤੱਕ ਨਹੀਂ ਆਖਿਆ ਗਿਆ। ਫਿਰ ਉਹ ਜਿਹੜਾ ਓਡ ਹੈ ਨਾ ਇਹਨਾਂ ਲਿਆਂਦਾ ਹੈ, ਅਸਲਮ ਦਾ ਨਾਂ ਹੈ, ਤੇ ਉਹ ਜਾਲੀ ਨੋਟ ਵੀ ਚਲਾਉਂਦਾ ਪਿੰਡ 'ਚ, ਕਿਸੇ ਨੂੰ ਪੁੱਛ ਲਓ। ਇਹਨਾਂ ਦੇ ਘਰ ਆ ਕੇ ਇਹ ਵੀ ਚਲਾਉਂਦੀ ਹੈ ਰੇਂਜ ਜਾਲੀ ਨੋਟ। ਅੱਛਾ। ਉਸ ਤੋਂ ਬਾਅਦ ਜਨਾਬ ਉਹ ਆ ਗਿਆ ਮੇਰੇ ਕੋਲ, ਕਹਿੰਦਾ ਕਿ ਨਾ ਇੱਦਾਂ ਕਰੋ, ਲੜਾਈ 'ਚ ਫਾਇਦਾ ਕੋਈ, ਤੁਸੀਂ ਗਵਾਂਢੀ ਜੇ ਤੇ ਸੁਲ੍ਹਾ ਕਰ ਲਓ। ਮੈਂ ਕਿਹਾ ਯਾਰ ਅਸੀਂ ਤਾਂ ਅੱਗੇ ਹੀ ਆਦੀ ਇੱਜ਼ਤ ਬਚਾਉਂਦੇ, ਅਸੀਂ ਸੋਸ਼ਲ ਮੀਡੀਆ ਤੇ ਕਰਦੇ, ਸਾਡੀ ਬਦਨਾਮੀ ਇਹਦੇ 'ਚ। ਪੁਲਿਸ ਸਾਨੂੰ ਫੜ ਕੇ ਲੈ ਜਾਓ ਜਾਂ ਸਾਨੂੰ ਕੋਈ ਬੰਦੇ ਸਾਡੇ ਕੋਲ ਆਉਂਦੇ ਨੇ, ਦੋਸਤ ਫਰੈਂਡ, ਬੇਚੈਨੀ ਬਣਦੀ। ਉਸ ਤੋਂ ਬਾਅਦ ਜਨਾਬ ਕਿ ਉਹਨੂੰ ਪਿੰਡ ਦੇ ਬੰਦੇ ਨਾਂ ਲਿਖ ਦਿੱਤੇ, ਫਲਾਣੇ ਬੰਦੇ ਲੈ ਕੇ ਨਾ ਤੂੰ ਆ ਜਾਏ। ਮੈਂ ਹਰ ਬੰਦੇ ਦੇ ਬੂਹੇ ਤੇ ਗਿਆ, ਮੈਂ ਕਿਹਾ ਠੀਕ ਹੈ। ਫਿਰ ਇਹ ਮੈਨੂੰ ਕਹੇ ਅੱਬਾ ਨਹੀਂ ਮੰਨਦਾ ਪਿਆ ਕੁੜੀ ਦਾ, ਕਦੀ ਕਹਿ ਦੇਵੇ ਉਹਦਾ ਭਰਾ ਨਹੀਂ ਮੰਨਦਾ ਪਿਆ। ਇਹਨੇ ਜਨਾਬ ਸਾਡੇ 15 ਦਿਨ ਐਵੇਂ ਹੀ ਲਗਾ ਦਿੱਤੇ। ਅੱਛਾ, 15 ਦਿਨ ਤੋਂ ਬਾਅਦ ਸਾਡੇ ਤੇ ਐਫ ਆਈ ਆਰ ਹੋ ਗਈ। ਤੇ ਸਾਨੂੰ ਪਤਾ ਲੱਗਾ FIR ਹੋ ਗਈ। ਉਸ ਤੋਂ ਬਾਅਦ ਫਿਰ ਅਸੀਂ ਜਾ ਕੇ 2 ਦਿਨ ਤੇ ਅਸੀਂ ਉਂਝ ਮਤਲਬ ਪਿੰਡ ਛੱਡ ਕੇ ਚਲੇ ਗਏ ਕਿਤੇ। ਅੱਛਾ, ਪਿੰਡ ਛੱਡ ਕੇ ਚਲੇ ਗਏ। ਪਿੱਛੇ ਵੀ ਇਹਨਾਂ ਨੇ ਮਤਲਬ ਜਦ ਪਿੰਡ ਛੱਡ ਕੇ ਚਲੇ ਗਏ, ਇਹ ਬੰਦਾ, ਉਸ ਕੁੜੀ ਦਾ ਪਿਓ ਤੇ ਉਹਦਾ ਭਰਾ ਤੇ ਓਡ, ਇਹਨਾਂ ਨੇ ਫਿਰ ਸਾਡੇ ਘਰ ਬਦਤਮੀਜ਼ੀ ਕਰਾਈ। ਸਾਡੀ ਮਤਲਬ ਦਰਖਾਸਤ ਅਸੀਂ ਦੇ ਛੱਡੀ ਉਸ ਬਦਤਮੀਜ਼ੀ ਦੀ, ਮੇਰੀ ਭਾਬੀ ਦੇ ਘਰ, ਮੇਰੀ ਭੈਣ ਦੇ ਘਰ। ਅੱਛਾ, ਫਿਰ ਅਸੀਂ ਦਰਖਾਸਤ ਮੇਰੇ ਉਹ ਦੇ ਕੇ ਆਈਆਂ, ਮੇਰੀ ਭਾਬੀ ਤੇ ਮੇਰਾ ਜਿਹੜਾ ਆਈ ਮੇਰੀ ਭੈਣ, ਇਹ ਪਿੱਛੋਂ ਓਡ ਫਿਰ ਉਹਨੂੰ ਲੈ ਕੇ ਚਲਾ ਗਿਆ। ਇਹਨਾਂ ਦੀ ਬਾਈ ਜੀ ਓਡ ਦੀ ਪੂਰੀ ਸੈਟਿੰਗ ਹੈ ਉੱਥੇ ਥਾਣੇ ਦੇ ਵਿੱਚ, ASI ਨਾਲ SHO ਨਾਲ। ਅੱਛਾ, ਸਾਨੂੰ ਕੁੜੀਆਂ ਕਰਕੇ ਉੱਥੇ ਅਸੀਂ ਤਾਂ 2 ਦਿਨ ਤੋਂ ਘਰ ਫਰਾਰ ਆ। ਅਸੀਂ ਜਿੱਥੇ ਰਹਿ ਰਹੇ ਸੀ ਨਾ 2 ਦਿਨ, ਅਸੀਂ ਉਹ ਬੰਦਾ ਵੀ ਗਵਾ ਲੈ ਕੇ ਆ ਜਾਵਾਂਗੇ।
फिर जाके इन्हें क्या था कि ये दोवें भरा वापस आए ने, इन्हें कोई पिस्टल है ये दिंगी मेरे बंदे दे बक्की पहनते आदे घर लैके गए। ਅੱਛਾ साड़ी उस दरखास्त के मुहत्तक इन्होंने साड़ी दरखास्त दे दी। ਅੱਛਾ अच्छा उस तो बाद फिर इन्हें क्या चलो ठीक है खली वेली करो तुसी अपना चुक लो असी अपना चुक लेने हैं। पिंड दे 10 बंदे इकट्ठे करो, मैं पिंड दे 10 बंदे इकट्ठे किए, इकट्ठे करके इन्होंने बोत लै गया। उत्थे जी सुलह हो गई और ने गल की भी जेड़ा गलत होया ना वो खर्चा सारा देगा। ते भाई गलत इन्हें ना ही नहीं लिया, तुझ उसकी भी नहीं आती, मैं तो मेरे को पहले आ जाते, मैं अगे जाना ही नहीं सी, मेरे को माफ़ी मंग लेंदे, ਅਸੀਂ ਕਿਹੜੀ ਗੱਲ ਦੀ ਮਾਫੀ ਮੰਗੇ, ਅਸੀਂ ਕੋਈ ਗਲਤੀ ਕੀਤੀ ਹੋਵੇ। ਮਤਲਬ ਇੱਕ ਤੁਹਾਨੂੰ ਗਾਲਾਂ ਕੱਢਦੀ ਸੀਗੀ ਉਹ ਹਾਂ। ਤੋਂ ਹੁਣ ਤੁਹਾਨੂੰ ਵੀ ਕਹਿ ਰਹੀ ਕਿ ਮੇਰੇ ਕੋਲ ਮਾਫੀ ਮੰਗ ਲੈਂਦੇ। ਹਾਂ ਇਹਨਾਂ ਨੂੰ ਮੇਰੇ ਬੰਦੇ ਨੂੰ ਕਹਿ ਦਿੰਦੇ, ਇਹਨੂੰ ਕਹਿ ਦਿੰਦੇ, ਮੈਂ ਵੀ ਉਹਦੇ ਮੁੰਡੇ ਨੂੰ ਅਸੀਂ ਦੱਸਿਆ ਵੀ ਸਾਨੂੰ ਨਾ ਜੀ ਨਜਾਇਜ਼ ਗਾਲਾਂ ਕੱਢੋ, ਆਪਸ ਵਿੱਚ ਤੁਸੀਂ ਜਿਵੇਂ ਮਰਜ਼ੀ ਲੜੋ। ਬਿਲਕੁਲ ਅੱਛਾ ਪਿੰਡ ਦੇ 10 ਬੰਦੇ ਇਕੱਠੇ ਹੋਏ, ਸੁਲ੍ਹਾ ਹੋ ਗਈ। ਸੁਲ੍ਹਾ ਹੋਣ ਤੋਂ ਬਾਅਦ ਜੀ ਸਵੇਰੇ ਸਾਨੂੰ ASI ਨੇ ਸੱਦ ਲਿਆ, ਅਹਿਮਦ ਦੂਸਰਾ ਜੱਟ ਨੇ, ਉਹ ਜਿਹੜਾ ਥਾਣੇ ਦੇ ਵਿੱਚ ਹੁੰਦਾ ਹੈ। ਉੱਥੇ ਗਿਆ ਤੇ ਅਸੀਂ ਨਾ ਮਤਲਬ ਸੀ ਕਿ ਮਾਈ ਅੰਗੂਠਾ ਲਾਓ, ਮਾਈ ਕਹਿੰਦੀ ਮੈਂ ਸੁਲ੍ਹਾ ਕਰਨੀ ਹੈ। ਉਹ ਕਹਿੰਦੇ ਲੈ ਹੁਣ ਮੈਂ ਤੁਹਾਡਾ ਜਿਹੜਾ ਅਗਲਾ ਪਰਚਾ ਹੈ ਉਹ ਮੈਂ ਹੁਣ ਕੀ ਕਰਾਂ, ਜਿਹੜੇ ਅਗਲੇ ਤੁਹਾਡੀ ਦਰਖਾਸਤ ਹਨ ਮੈਂ 7-5 ਕਰਨੀ। ਅੱਛਾ 7-5 ਵਗੈਰਾ ਮੈਂ ਕਿਹਾ ਯਾਰ ਹੁਣ ਅਸੀਂ ਸੁਲ੍ਹਾ ਕਰਨਾ, ਤੂੰ 7-5 ਸਾਡੀ ਕਿਵੇਂ ਕਰਦਾ? ਕਹਿੰਦਾ ਨਹੀਂ ਮੈਨੂੰ ਕਰਨੀ ਪੈਣੀ, ਉੱਤੇ ਮੈਨੂੰ ਅਫਸਰ ਨੂੰ ਜਵਾਬ ਦੇਣਾ ਪੈਣਾ ਇਹ ਉਹ। ਫਿਰ ਵਜਨ ਉਹਨੇ ਵੀ ਕੋਈ ਡਿਮਾਂਡ ਕੀਤੀ, ਲੈ ਦੇ ਕੇ ਉਹਨੇ ਉਹ ਤੂੰ ਸਾਨੂੰ ਛੱਡ ਦਿੱਤਾ। ਅੱਛਾ ਕਹਿੰਦਾ ਸਵੇਰੇ ਜਾਓ ਇਸ਼ਟਾਮ ਲੈ ਕੇ ਆ ਜਾ। ਤੇ ਉਹਨੇ ਕਿਹਾ ਵੀ ਮੈਂ ਤੁਹਾਡੀ ਸੁਲ੍ਹਾ ਕਰਾਵਾਂਗਾ ਕੁਛ, ਮਤਲਬ ਉਹਨੇ ਮੈਨੂੰ ਆਖਿਆ ਜੇਬ ਗਰਮ ਕਰੋ। ਹਾਂ ਤੇ ਮੇਰੇ ਤੋਂ ਜ਼ਿਆਦਾ ਡਿਮਾਂਡ ਆਈ, ਮੈਂ ਇਸ ਟਾਈਮ ਮੇਰੇ ਹਾਲਾਤ ਬਹੁਤ ਟਾਈਟ ਹੈ, ਮੈਂ ਉਹਨੂੰ ਕਸਮ ਚੁੱਕਿਆ ਕਿ ਮੇਰੇ ਹਾਲਾਤ ਬਹੁਤ ਟਾਈਟ ਹੈ। ਬਿਲਕੁਲ 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 ਉਸ ਜੀ 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 ਉਸ ਤੋਂ ਬਾਅਦ ਜਨਾਬ ਅਸੀਂ ਪਿੰਡ ਆਏ, ਵਾਪਸ ਆ ਗਏ ਤੇ ਵਾਪਸ ਆ ਕੇ ਸਾਡੀ ਨਿੱਕੀ ਜਿਹੀ ਗਵਾਂਢ ਤੇ ਉਹ ਗੱਲਾਂ ਕਰਨ ਲੱਗ ਗਏ। ਮਾਈ ਉਹ SHO ਇਹਨਾਂ ਨੂੰ ਕਾਲ ਕਰਕੇ ਕਹੇ ਕਿ ਤੂੰ ਪਾਗਲ ਹੈ, ਤੇਰੇ ਤਾਂ ਪਰਚਾ ਹੋਇਆ, ਤੂੰ ਕਿਉਂ ਸੁਲ੍ਹਾ ਕਰਦੀ ਪਈ? ਉਹ ਸਾਨੂੰ ਸੁਣਦੀਆਂ ਨਾ ਗੱਲਾਂ ਦੀਵਾਰ ਵਿੱਚ। ਤੇ ਫਿਰ ਉਹ ਕਹਿਣ ਲੱਗ ਗਿਆ ਕਿ ਲੈ ਇਹ ਉਹਦੇ 'ਚ ਦਿੰਦਾ ਪਿਆ, ਆਪਾਂ ਵੀ ਆਪਣਾ ਪਰਚਾ ਹੋਇਆ ਆਪਾਂ ਹੀ ਪੈਸੇ ਨਹੀਂ ਸਾਂ। ਉਸ ਤੋਂ ਬਾਅਦ ਉਹਦੀ ਕੁੜੀ ਵੇਖ ਕੇ ਕਹਿੰਦੀ ਮੈਂ ਅੜੁੱਕ ਲਾਣੇ ਨਹੀਂ। ਅੱਛਾ ਹੁਣ ਪੈਸੇ ਲੈਣੇ ਨੇ? ਹਾਂ ਵੀ ਹੁਣ ਅਸੀਂ ਅੰਗੂਠੇ ਨਹੀਂ ਲਾਣੇ। ਅੱਛਾ ਫਿਰ ਮੈਂ ਉਹਦੇ ਭਰਾ ਨੂੰ ਕਾਲ ਕੀਤੀ, ਮੈਂ ਕਿਹਾ ਯਾਰ ਤੁਸੀਂ ਨਜਾਇਜ਼ ਸਾਨੂੰ ਅੱਗੇ ਬਹੁਤ ਤੰਗ ਕਰ ਲਿਆ ਸੀ, ਬਹੁਤ ਜ਼ਲੀਲ ਹੋ ਗਏ। ਕਹਿੰਦਾ ਨਹੀਂ ਮੈਂ ਆਪਣੇ ਅੱਬੇ ਨੂੰ ਕਾਲ ਕਰਦਾ, ਮੈਂ ਅੱਬੇ ਨੂੰ ਸਮਝਾਉਣਾ। ਫਿਰ ਉਹਦਾ ਅੱਬਾ ਕਹਿੰਦਾ ਠੀਕ ਹੈ ਅਸੀਂ ਕਰਦੇ ਹਾਂ, ਉਹਦੀ ਮਾਂ ਵੀ ਕਹਿੰਦੀ ਠੀਕ ਹੈ। ਹੁਣ ਕੁੜੀ ਕਿਸੇ ਹੋਰ ਮੁੰਡੇ ਦੇ ਪਿੰਡ ਦੇ ਵਿੱਚ ਸਾਡਾ ਕੋਈ ਐਸਾ ਮਤਲਬ ਸਾਡੇ ਉਮਰ ਦਾ ਉਸੇ ਕੋਈ ਜਿਹਦੇ ਕਹਿਣ ਤੇ ਲੱਗ ਕੇ ਉਹ ਕਹਿੰਦੀ ਹੈ ਕਿ ਮੈਂ ਅੰਗੂਠੇ ਨਹੀਂ ਲਾਣੇ। ਫਿਰ ਅਸੀਂ ਇਹ ਗੱਲਾਂ ਸਾਨੂੰ ਫੇਸ ਟੂ ਫੇਸ ਨਹੀਂ ਕੀਤੀਆਂ ਲੇਕਿਨ ਅਸੀਂ ਸੁਣੀਆਂ ਨੇ। ਫਿਰ ਉਸ ਤੋਂ ਬਾਅਦ ਮੈਂ ਤੰਗ ਹੋ ਕੇ ਮੈਂ ਕਿਹਾ ਕੱਲ ਫਿਰ ਸਾਡੀ ਜ਼ਮਾਨਤਾਂ ਨਾ ਹੋਣ ਦੇਣ, ਫਿਰ ਸਾਨੂੰ ਝੂਠਾ ਸਾਬਤ ਕਰ ਦੇਣ। ਇਸ ਕਰਕੇ ਮੈਂ ਇੱਥੇ RPO ਦੇ ਇੱਥੇ ਫੈਸਲਾਬਾਦ ਆਇਆ ਹੈ। ਵਕੀਲ ਸਾਹਿਬ ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਜੀ ਜੀ ਇਹਨਾਂ ਨੇ ਸਾਨੂੰ ਸੱਦਿਆ, ਇਹਨਾਂ ਸਾਡੀ ਹੈਲਪ ਕੀਤੀ ਹੈ, ਇਹਨਾਂ ਨੇ ਸਾਨੂੰ ਉੱਥੇ ਪੇਸ਼ ਕੀਤਾ ਤੇ ਹੁਣ ਇਨਸ਼ਾਅੱਲਾ ਅਸੀਂ DPO ਕੋਲ ਹੀ ਸਾਡੀ ਇਨਕੁਆਇਰੀ ਹੋ ਸਕਦੀ। DPO ਕੋਲ ਇਨਕੁਆਇਰੀ ਸੀ। ਸਾਰੀ ਕਹਾਣੀ ਤੁਸੀਂ ਸੁਣ ਲਈ ਆ, ਇਹਨਾਂ ਦਾ ਕਸੂਰ ਕੋਈ ਨਹੀਂ ਸੀ। ਸਾਡੇ ਨਾਲ ਜ਼ਿਸ਼ਾਨ ਜੱਟ ਐਡਵੋਕੇਟ ਇਹਨਾਂ ਨਾਲ ਗੱਲਬਾਤ ਕਰਦੇ ਆ। ਜ਼ਿਸ਼ਾਨ ਭਾਈ ਤੁਸੀਂ ਕੇਸ ਸਾਰੇ ਨਾਲ ਸੁਣ ਲਿਆਣਾ ਵਾ, ਇਹਨਾਂ ਦੇ ਕੇਸ ਦੀ ਅਸਲ ਕਹਾਣੀ ਕੀ ਆ, ਕਿੱਥੇ ਤੱਕ ਕੌਣ ਇਹਦੇ ਵਿੱਚ ਕਸੂਰਵਾਰ ਲੱਗ ਰਿਹਾ ਤੁਹਾਨੂੰ? ਇਹਨਾਂ ਦਾ ਮੁਲਜ਼ਮ ਬਈ ਬੇਸਿਕਲੀ ਜਿਹੜੇ ਗਰੁੱਪ ਨਾਲ ਇਹਨਾਂ ਦਾ ਥੋੜਾ ਜਿਹਾ ਇੰਤਸ਼ਾਰ ਬਣਿਆ ਨਾ, ਮਾਮਲਾ ਬਣਿਆ, ਉਹ ਇੱਕ ਜਰਾਇਮ ਪੇਸ਼ਾ ਅਨਾਸਰ ਨੇ। ਠੀਕ ਹੈ, ਇਲਾਕੇ ਦਾ ਮਾਹੌਲ ਖ਼ਰਾਬ ਕਰਦੇ ਨੇ। ਇਹਨਾਂ ਦੀ ਸਿਰਫ ਰੰਜਿਸ਼ ਵੀ ਇਸ ਚੀਜ਼ ਤੋਂ ਹੋਈ ਆ ਕਿ ਇਲਾਕੇ ਦਾ ਮਾਹੌਲ ਡਿਸਟਰਬੈਂਸ ਸੀ, ਕਿਉਂਕਿ ਉਹ ਇਹਨਾਂ ਦੇ ਹੈਗੇ ਆ ਹਮਸਾਏ। ਠੀਕ ਹੈ, ਹਮਸਾਇਆਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਇਸੀ ਜੀ ਹੁੰਦੀ ਆ ਜਦੋਂ ਇੱਕ ਬੰਦਾ ਉੱਥੇ ਗੈਰ ਅਖਲਾਕੀ ਕੰਮ ਕਰਦਾ ਜਾਂ ਹਰਕਤਾਂ ਕਰਦਾ। ਇਸ ਮਾਮਲੇ ਵਿੱਚ ਇਹਨਾਂ ਨੂੰ ਰੋਕਿਆ ਤੇ ਇੱਥੋਂ ਇਹਨਾਂ ਦਾ ਮਾਮਲਾ ਚੱਲਿਆ ਆ। ਇਹਦੇ ਵਿੱਚ ਪੁਲਿਸ ਪੂਰੀ ਉਹਨਾਂ ਦੀ ਮੈਲਾਫਾਈਡ ਹੋਈ ਹੈ। ਠੀਕ ਹੈ ਜੀ, ਪੁਲਿਸ ਨੇ ਪੂਰਾ ਉਹਨੂੰ ਪੁੱਛਪਣਾਈ ਦਿੱਤੀ ਹੈ, ਪੂਰੇ ਮਾਮਲਾ ਤੋਂ ਉਹਨਾਂ ਨੂੰ ਕੀਤੇ ਆ। ਪਹਿਲੇ ਇਹਨਾਂ ਨੂੰ ਗੈਰ ਕਾਨੂੰਨੀ ਗੈਰ ਹਫਸੇ ਬਜਾਜ ਰੱਖ ਕੇ ਫਿਰ ਇਹਨਾਂ ਨੂੰ ਪੈਸੇ ਲੈ ਕੇ ਛੱਡਤਾ ਇੱਕ ਬੰਦੇ ਨੇ। ਉਸ ਤੋਂ ਬਾਅਦ 2 ਦਿਨ ਬਾਅਦ ਇਹਨਾਂ 'ਤੇ ਇੱਕ FIR ਹੋ ਜਾਂਦੀ ਹੈ। FIR ਦੇ ਜ਼ਮਾਨਤਾਂ ਕਰਾ ਕੇ ਸ਼ਾਮਲੇ ਤਫਤੀਸ਼ ਹੋਣ ਜਾਂਦੇ ਆ, ਉੱਥੇ ਵੀ ਇਹਨਾਂ ਤੋਂ ਇੱਕ ਰਕਮ ਦਾ ਮੁਤਾਲਬਾ ਕੀਤਾ ਜਾਂਦਾ, ਜਦਕਿ ਇਹਨਾਂ ਦੀ ਉਹਨਾਂ ਨਾਲ ਅਹਿਲੇ ਮਹੱਲਾ ਜਿਹੜੇ ਅਹਿਲੇ ਇਲਾਕਾ ਉਹਨਾਂ ਨੇ ਇਹਨਾਂ ਦਾ ਕੰਪਰੋਮਾਈਜ਼ ਵੀ ਕਰਵਾਤਾ, ਜਦਕਿ ਪੁਲਿਸ ਇਹਨਾਂ ਦਾ ਕੰਪਰੋਮਾਈਜ਼ ਨਹੀਂ ਹੋਣ ਦੇ ਰਹੀ ਜੀ ਕਿ ਸਾਨੂੰ ਵੀ ਦਿਓ ਤੇ ਉਹਨਾਂ ਨੂੰ ਵੀ ਦਿਓ ਕੁਛ ਹੈ। ਠੀਕ ਹੈ, ਇਹ ਮਾਮਲਾ ਜਦ ਤੱਕ ਆਲਾ ਅਫਸਰਾਨ ਇਹਦੇ ਉੱਤੇ ਬਕਾਇਦਾ ਇੱਕ ਇਨਕੁਆਇਰੀ ਨਹੀਂ ਕਰਦੇ ਉਦੋਂ ਤੱਕ ਇਹ ਮਾਮਲਾ ਸਾਡੀ ਜਿਹੜੀ ਨਜ਼ਰ ਦੇ ਵਿੱਚ ਕਿਸੇ ਸਾਈਡ 'ਤੇ ਨਹੀਂ ਲੱਗੇਗਾ। ਇਸ ਵਾਸਤੇ ਅੱਜ ਇਹਨਾਂ ਨੂੰ CPO ਸਾਹਿਬ ਦੇ ਕੋਲ ਪੇਸ਼ ਕੀਤਾ ਸੀ, ਕਿਉਂਕਿ ਇਹਨਾਂ ਰਾਤੀ ਇੱਕ ਵੀਡੀਓ ਲਗਾਈ ਸੀਗੀ ਜਿਹਦੇ ਵਿੱਚ CM ਮਰੀਮ ਨਵਾਜ਼ ਸਾਹਿਬਾਂ ਨੂੰ ਤੇ IG ਪੰਜਾਬ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ। ਅਸੀਂ ਉਸ ਵੀਡੀਓ ਨੂੰ ਦੇਖਦੇ ਹੋਏ ਬਾਈ ਨਾਲ ਫਿਰ ਰਾਬਤਾ ਕਰਕੇ ਇਹਨਾਂ ਨੂੰ ਬੁਲਾਇਆ ਆ ਤੇ ਇਹਨਾਂ ਨੂੰ CPO ਸਾਹਿਬ ਦੇ ਪੇਸ਼ ਕੀਤਾ, ਜਿਹਦੇ ਵਿੱਚ CPO ਸਾਹਿਬ ਮੁਹੰਮਦ ਸੈਂਟੂਨੀਆ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਉਹ ਮਾਰਕ ਕੀਤੀ SP ਸੁਲਤਾਨੇਵਾਲਾ ਨੂੰ, ਜਿਹੜੇ ਕਿ ਇਹਦੇ ਮਾਮਲੇ ਸ਼ਫਾਫ ਇਨਕੁਆਇਰੀ ਕਰਨਗੇ ਤਾਂ ਸਾਨੂੰ ਪੂਰਾ ਯਕੀਨ ਹੈ ਇਨਸ਼ਾਅੱਲਾ ਆਲਾ ਅਫਸਰਾਨ ਜਿਹੜੇ ਇਹਨਾਂ ਨੂੰ ਇੱਕ ਬਿਹਤਰ ਇਨਸਾਫ ਦਿਲਾਉਣਗੇ। ਬਹੁਤ ਸ਼ੁਕਰੀਆ। ਲੋ ਤੁਸੀਂ ਸਾਰੀ ਕਹਾਣੀ ਤਾਂ ਸੁਣ ਲਈ। ਇਹਦੀ ਅਸਲ ਕਹਾਣੀ ਇਹ ਸੀਗੀ, ਇਹ ਡਿੱਲੂ ਬਾਈ ਨੇ ਜਿਹੜੇ TikTok ਤੇ ਬੜੇ ਮਸ਼ਹੂਰ ਨੇ ਔਰ ਬੜੀ ਫਨੀ ਵੀਡੀਓ ਬਣਾਉਂਦੇ ਨੇ, ਲੋਕਾਂ ਨੂੰ ਹੱਸਦੇ ਕਿ ਇਹ ਕਿਉਂ ਮਸ਼ਹੂਰ ਨੇ, ਇਹ ਵਿਹਲੇ ਕਿਉਂ ਰਹਿੰਦੇ ਆ, ਪੈਸੇ ਇਹਨਾਂ ਨੂੰ ਕਿੱਥੋਂ ਆਉਂਦੇ। ਜ਼ਾਹਿਰ ਗੱਲ ਅਗਰ ਉਹ ਮਿਹਨਤ ਕਰ ਰਹੇ ਆ ਤੇ ਆਪਣੇ ਸਿਰ ਤੇ ਮਿਹਨਤ ਕਰ ਰਹੇ ਆ। ਹਮਸਾਏ ਨਾਲ ਦੀਆਂ ਕੋਈ ਬੀਬੀਆਂ ਜਿਹੜੀਆਂ ਇਹਨਾਂ ਨੂੰ ਗਾਲਾਂ ਕੱਢਦੀਆਂ ਸੀ, ਗਾਲਾਂ ਕੱਢਣ ਤੇ ਇਹਨਾਂ ਨੇ ਉਹਨਾਂ ਦੇ ਭਰਾ ਉਹਦੇ ਪਿਓ ਨੂੰ ਦੱਸਿਆ ਕਿ ਆਪਣੀਆਂ ਧੀਆਂ ਭੈਣਾਂ ਨੂੰ ਰੋਕੋ, ਸਾਨੂੰ ਗਾਲਾਂ ਕੱਢਦੇ ਆ। ਇਸ ਬਿਹਾਫ ਤੇ ਉਹਨਾਂ ਨੇ ਘਰ ਪਲਾਨ ਕਰਕੇ ਇਹਨਾਂ ਤੇ ਝੂਠਾ ਮੁਕੱਦਮਾ ਦਰਜ
ਕਰਵਾ ਕੇ ਹੁਣ ਉਹ ਘਰ ਵਾਲੇ ਵੀ ਤੇ ਇਹਨਾਂ ਦਾ ਕਹਿਣਾ ਕਿ ਪੁਲਿਸ ਵਾਲੇ ਵੀ ਸਾਡੇ ਕੋਲ ਪੈਸਿਆਂ ਦੀ ਡਿਮਾਂਡ ਕਰਦੇ ਆ ਕਿ ਸਾਨੂੰ ਪੈਸੇ ਦਿਓ, ਤੁਹਾਡਾ ਕੇਸ ਖਤਮ ਕਰ ਦਾਂਗੇ। ਜੇ ਤੁਸੀਂ ਪੈਸੇ ਨਹੀਂ ਦਿਓਗੇ ਫਿਰ ਤੁਹਾਡਾ ਕੇਸ ਖਤਮ ਨਹੀਂ ਹੋਣਾ। ਵਕੀਲ ਸਾਹਿਬ ਨੇ ਵੀ ਉਹਨਾਂ ਨੇ ਉਹਦਾ ਬੜਾ ਪੂਰਾ ਸਾਥ ਦਿੱਤਾ ਵਾ। ਅੱਛਾ ਭਾਈ ਜ਼ਰਾ ਦੱਸੋ ਕਿ ਹੁਣ ਤੁਸੀਂ ਆਲਾ ਅਫਸਰਾਂ ਅੱਗੇ ਕੀ ਅਪੀਲ ਕਰਦੇ ਹੋ, ਤੁਹਾਨੂੰ ਇਨਸਾਫ ਕਿਸ ਤਰ੍ਹਾਂ ਮਿਲੇਗਾ, ਕੀ ਕਹਿੰਦੇ ਹੋ? ਸਾਡੀ ਆਲਾ ਅਫਸਰਾਂ ਅੱਗੇ ਹੀ ਰਿਕੁਐਸਟ ਹੈ ਕਿ ਆਰਪੀਓ ਸੀਪੀਓ ਸਾਹਿਬ ਸਾਨੂੰ ਇਨਸਾਫ ਦੇਣ, ਸਾਡੀ ਕੋਲ ਬੈ ਕੇ ਗੱਲ ਸੁਣ ਲੈਣ, ਸਾਨੂੰ ਇਨਸਾਫ ਦੇਣ ਬਸ। ਬਿਲਕੁਲ ਸਾਨੂੰ ਇਨਸਾਫ ਦੇਣ, ਮਾੜੇ ਬੰਦੇ ਹੈਗੇ ਆ, ਇਹਨਾਂ ਨੂੰ ਬਿਲਕੁਲ ਇਨਸਾਫ ਮਿਲਣਾ ਚਾਹੀਦਾ। ਸਾਰੀ ਕਹਾਣੀ ਤੁਹਾਨੂੰ ਵੀ ਸਮਝ ਆ ਗਈ ਹੈਗੀ ਆ, ਮਾੜੇ ਬੰਦੇ ਸੀ, ਜ਼ਿਆਦਤੀ ਇਹਨਾਂ ਨਾਲ ਹੋਈ ਆ ਔਰ ਆਰਪੀਓ ਫੈਸਲਾਬਾਦ, ਸੀਪੀਓ ਫੈਸਲਾ ਬੜੇ ਦਬੰਗ ਅਫੀਸਰ ਆ ਔਰ ਇਨਸ਼ਾਅੱਲਾ ਜਲਦੀ ਇਹਨਾਂ ਨੂੰ ਇਨਸਾਫ ਵੀ ਮਿਲੇਗਾ।